ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਵੀਡੀਓ ਵਿੱਚ ਆਪਾਂ ਸਹਿਜ ਪਾਠ ਦੀ ਮਰਿਆਦਾ ਬਾਰੇ ਸਿੱਖਾਂਗੇ। ਸਹਿਜ ਪਾਠ ਸਹਿਜ ਨਾਲ ਹੌਲੀ ਹੌਲੀ ਪੜ੍ਹਿਆ ਜਾਂਦਾ ਹੈ, ਜਦ ਕਿ ਅਖੰਡ ਪਾਠ ਸਾਹਿਬ 48 ਘੰਟਿਆਂ ਵਿੱਚ ਲਗਾਤਾਰ ਪੜ੍ਹੇ ਜਾਂਦੇ ਹਨ। ਪਰ ਸਹਿਜ ਪਾਠ ਅਤੇ ਅਖੰਡ ਪਾਠ ਦੀ ਮਰਿਆਦਾ ਆਲਮੋਸਟ ਸੇਮ ਹੀ ਹੁੰਦੀ ਹੈ। ਹੁਣ ਆਪਾਂ ਸਹਿਜ ਪਾਠ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜੋਤੀ ਜੋਤ ਸਹਿਜ ਪਾਠ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਠੜੀ ਸਾਹਿਬ ਵਿਖੇ ਆਰੰਭ ਕੀਤੇ ਸਨ। ਇਹ ਸਹਿਜ ਪਾਠ ਦੀਆਂ ਪਾਠੀ ਦੀਆਂ ਸੇਵਾਵਾਂ ਧੰਨ ਧੰਨ ਬਾਬਾ ਬੁੱਢਾ ਜੀ ਨੇ ਨਿਭਾਈਆਂ ਸਨ ਅਤੇ ਪੂਰੀ ਸੰਗਤ ਨੇ ਪੂਰਨ ਵੈਰਾਗ ਅਤੇ ਪ੍ਰੇਮ ਨਾਲ ਇਹ ਸਹਿਜ ਪਾਠ ਸਰਵਣ ਕੀਤੇ ਸਨ। ਸਤਿਗੁਰ ਪ੍ਰੇਮ ਮੈਂ ਵਿਸਮਾਦ ਹੋਏ, ਬੁੱਢੇ ਪਾਇਓ ਭੋਗ, ਰਾਗ ਮਾਲਾ ਪੜ ਪ੍ਰੇਮ ਸੋ, ਗੁਰੂ ਗ੍ਰੰਥ ਜੀ ਜੋਗ। ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਰਾਗ ਮਾਲਾ ਸਮੇਤ ਭੋਗ ਪਾਏ। ਭੋਗ ਸਮੇਂ ਭਾਈ ਗੁਰਦਾਸ ਸਾਹਿਬ ਜੀ ਗੁਰੂ ਸਾਹਿਬ ਜੀ ਤੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਅਤੇ ਭੋਗ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਅਰਦਾਸ ਕੀਤੀ ਅਤੇ ਬਾਬਾ ਬੁੱਢਾ ਜੀ ਨੇ ਚੌਰ ਸਾਹਿਬ ਦੀ ਸੇਵਾ ਕੀਤੀ। ਧੰਨ ਬਾਬਾ ਬੁੱਢਾ ਜੀ ਨੇ ਰਾਗ ਮਾਲਾ ਸਮੇਤ ਭੋਗ ਪਾਏ। ਭੋਗ ਪਾਉਣ ਸਮੇਂ ਭਾਈ ਗੁਰਦਾਸ ਸਾਹਿਬ ਜੀ ਗੁਰੂ ਸਾਹਿਬ ਜੀ ਤੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਅਤੇ ਭੋਗ ਤੋਂ ਬਾਅਦ ਭਾਈ ਗੁਰਦਾਸ ਸਾਹਿਬ ਜੀ ਨੇ ਅਰਦਾਸ ਕੀਤੀ ਅਤੇ ਬਾਬਾ ਬੁੱਢਾ ਜੀ ਨੇ ਚੌਰ ਸਾਹਿਬ ਦੀ ਸੇਵਾ ਕੀਤੀ। ਇਸ ਉਪਰੰਤ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਦੀਵਾਨ ਸਜਵਾਏ, ਜਿਸ ਵਿੱਚ ਢਾਡੀ ਵਾਰਾਂ, ਕਥਾ, ਕੀਰਤਨ ਆਦਿ ਪੇਸ਼ ਕੀਤੇ ਗਏ। ਭਾਵੇਂ ਬਾਬਾ ਬੁੱਢਾ ਜੀ ਪੂਰਨ ਸਾਦਗੀ ਵਿੱਚ ਜੀਵਨ ਬਤੀਤ ਕਰਨ ਵਿੱਚ ਸੰਤੁਸ਼ਟ ਸਨ, ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਆਪਣੀ ਖੁਸ਼ੀ ਨਾਲ ਉਹਨਾਂ ਨੂੰ 5 ਘੋੜੇ, 1 ਹਾਥੀ ਅਤੇ 500 ਮੋਹਰਾਂ ਦੇ ਨਾਲ ਸੁੰਦਰ ਵਸਤਰ ਵੀ ਬਖਸ਼ੇ। ਰੀਤ ਚਲਾਵਨ ਜਗਤ ਮਝਾਰਾ, ਕੀਨੋ ਸਾਬੇ ਬੇਦ ਕੋ ਵਰਤਾਰਾ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸਾਰੇ ਜਗਤ ਅਤੇ ਸਿੱਖਾਂ ਦੇ ਭਲੇ ਲਈ ਸਹਿਜ ਪਾਠ ਦੀ ਮਰਿਆਦਾ ਆਰੰਭ ਕੀਤੀ। ਦੂਜਾ ਜੋਤੀ ਜੋਤ ਸਹਿਜ ਪਾਠ ਮਾਤਾ ਗੰਗਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਕਰਵਾਇਆ, ਜੋ ਕਿ 15 ਹਾੜ 1685 ਵਿੱਚ ਕੀਤੇ ਗਏ। ਤੀਜੇ ਸਹਿਜ ਪਾਠ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ 1688 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਪੁੱਤਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਕਰਵਾਏ। ਜਦੋਂ ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰਨ ਲੱਗੇ, ਉਦੋਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀ ਸਾਰ ਹੀ ਬਾਬਾ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਪੁੱਤਰ ਮਹਾਂਪੁਰਸ਼ ਬਾਬਾ ਭਾਨਾ ਜੀ ਨੂੰ ਹੁਕਮ ਦਿੱਤਾ ਕਿ ਆਪ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸਹਿਜ ਪਾਠ ਆਰੰਭ ਕਰੋ। ਸਹਿਜ ਪਾਠ ਦੇ ਭੋਗ ਦੇ ਉਪਰੰਤ ਗੁਰੂ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਲੰਗਰ ਛਕਾਇਆ ਅਤੇ ਭਾਈ ਭਾਨਾ ਜੀ ਨੂੰ ਉਹਨਾਂ ਨੇ ਦਸਤਾਰ ਭੇਟਾ ਕੀਤੀ। ਚੌਥੇ ਜੋਤੀ ਜੋਤ ਸਹਿਜ ਪਾਠ ਧੰਨ ਧੰਨ ਭਾਈ ਗੁਰਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੀਤੇ ਗਏ। ਭਾਈ ਗੁਰਦਾਸ ਸਾਹਿਬ ਜੀ ਕਰਤਾਰਪੁਰ ਸਾਹਿਬ ਜੀ ਦੇ ਸਰੂਪ 'ਤੇ ਲਿਖਾਰੀ ਹੋਏ ਹਨ। ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਚੋਲਾ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਜਾ ਰਹੇ ਸਨ। ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਦਾਸ ਜਲਦੀ ਹੀ ਸਰੀਰ ਤਿਆਗਣੇ ਵਾਲਾ ਹੈ ਅਤੇ ਆਪ ਜੀ ਕਿਰਪਾ ਕਰਕੇ ਬਾਅਦ ਵਿੱਚ ਮੇਰੀਆਂ ਅਸਥੀਆਂ ਬਿਆਸ ਦਰਿਆ ਵਿੱਚ ਜਲ ਪ੍ਰਵਾਹ ਕਰ ਦੇਣੀਆਂ। ਇਹ ਸੁਣ ਕੇ ਗੁਰੂ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਵਰ ਦਿੱਤਾ ਕਿ ਆਪ ਜੀ ਦਾ ਨਾਮ ਦੁਨੀਆ ਤੇ ਜੁਗੋ ਜੁਗਾ ਟਲ ਰਹੇਗਾ। ਭਾਈ ਸਾਹਿਬ ਜੀ ਦੇ ਅਕਾਲ ਚਲਾਣਾ ਕਰਨੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਹੁਕਮ ਦਿੱਤਾ ਕਿ ਆਪ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਇੱਕ ਸਹਿਜ ਪਾਠ ਕਰੋ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਦੁਨੀਆ ਦੇ ਭਲੇ ਲਈ ਸਹਿਜ ਪਾਠ ਦੀ ਮਰਿਆਦਾ ਆਰੰਭ ਕਰ ਦਿੱਤੀ। ਹੁਣ ਸੰਗਤ ਜੀ, ਆਪਾਂ ਕੁਝ ਕੁ ਨਿਯਮਾਂ ਵੱਲ ਧਿਆਨ ਦਿੰਦੇ ਹਾਂ ਜੋ ਸਾਨੂੰ ਸਹਿਜ ਪਾਠ ਕਰਦੇ ਸਮੇਂ ਧਿਆਨ ਵਿੱਚ ਰੱਖਣੇ ਚਾਹੀਦੇ ਹਨ। ਜਿਵੇਂ ਕਿ ਪਹਿਲਾ ਹੈ ਕਿ ਸਹਿਜ ਪਾਠ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਸਰੂਪ ਪੜ੍ਹਨੇ ਹੁੰਦੇ ਹਨ, ਪਰ ਅਸੀਂ ਸਹਿਜ ਨਾਲ ਪੜ੍ਹਨੇ ਹਾਂ। ਜਿਵੇਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸਹਜੇ ਚੂਪ ਸਹਜੇ ਹੀ ਜਪਣਾ। ਇਸ ਤਰ੍ਹਾਂ ਜਿਹੜੇ ਗੁਰਸਿੱਖ ਪ੍ਰੇਮੀ ਸਹਿਜ ਨਾਲ ਹੌਲੀ ਹੌਲੀ ਅੰਮ੍ਰਿਤ ਗੁਰਬਾਣੀ ਪੜ੍ਹਦੇ ਹਨ, ਉਹਨਾਂ ਦੇ ਅੰਦਰ ਗੁਰਬਾਣੀ ਵਸ ਜਾਂਦੀ ਹੈ ਅਤੇ ਉਹਨਾਂ ਦੇ ਜਿਹੜੇ ਸੰਕਲਪ ਵਿਕਲਪ ਹੋਰ ਦੁਨੀਆ ਦੀਆਂ ਗੱਲਾਂ ਮਨ ਵਿੱਚ ਆਉਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਅਤੇ ਮਨ ਸੀਤ ਹੋ ਜਾਂਦਾ ਹੈ। ਸੋ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਸਹਿਜ ਪਾਠ ਆਪਾਂ ਨੇ ਇੱਕੋ ਚੌਂਕੜੇ ਵਿੱਚ ਨਹੀਂ ਕਰਨਾ ਹੁੰਦਾ। ਸਹਿਜ ਪਾਠ ਕਰਨ ਲਈ ਆਪਾਂ ਜਿੰਨਾ ਸਮਾਂ ਚਾਹੁੰਦੇ ਹਾਂ ਉਨਾ ਲਗਾ ਸਕਦੇ ਹਾਂ। ਜਿਵੇਂ ਕਿ ਕਈ ਗੁਰਮੁਖ ਪਿਆਰੇ 10 ਅੰਗ ਇੱਕ ਦਿਨ 'ਚ ਕਰ ਲੈਂਦੇ ਆ ਅਤੇ ਜਿਸ ਨਾਲ ਉਹਨਾਂ ਨੂੰ 5 ਮਹੀਨੇ ਦੇ ਵਿੱਚ ਸਹਿਜ ਪਾਠ ਦਾ ਭੋਗ ਪਾ ਦਿੰਦੇ ਨੇ। ਅਤੇ ਕਈ ਪ੍ਰੇਮੀ ਹਰੇਕ ਮਹੀਨੇ ਸਹਿਜ ਪਾਠ ਦਾ ਭੋਗ ਪਾਉਂਦੇ ਆ, ਜਿਸ ਵਿੱਚ 2 ਘੰਟੇ ਹਰ ਰੋਜ਼ ਸਹਿਜ ਪਾਠ ਕਰ ਲੈਂਦੇ ਨੇ। ਅਤੇ ਇਸ ਤਰ੍ਹਾਂ
ਆਪਾਂ ਨੂੰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਸਹਿਜ ਪਾਠ ਆਪਣੀ ਜ਼ਿੰਦਗੀ 'ਚ ਕਰਨੇ ਚਾਹੀਦੇ ਆ। ਜਿਵੇਂ ਕਿ ਮਹਾਂਪੁਰਸ਼ ਦੱਸਦੇ ਨੇ ਕਿ ਜਦੋਂ ਧੰਨ ਧੰਨ ਬਾਬਾ ਗੁਰਬਚਨ ਸਿੰਘ ਜੀ ਬਾਬਾ ਸੁੰਦਰ ਸਿੰਘ ਜੀ ਕੋਲ ਜਾਣੇ ਵਾਲੇ ਸੀ, ਉਹਨਾਂ ਨੇ ਜਾਣ ਤੋਂ ਪਹਿਲਾਂ ਹੀ 500 ਸਹਿਜ ਪਾਠ ਕੀਤੇ ਸਨ। ਇਸ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਵੀ ਕੋਈ ਸਹਿਜ ਪਾਠ ਆਪਣੀ ਜ਼ਿੰਦਗੀ ਵਿੱਚ ਕਰੀਏ। ਜਿਹੜੇ ਗੁਰਸਿੱਖ ਪਿਆਰੇ ਸਹਿਜ ਪਾਠ ਕਰਦੇ ਹਨ, ਉਹਨਾਂ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਆਪਣੇ ਸਰੀਰਕ ਦੁੱਖ ਦਰਦ ਦਾ ਪਤਾ ਨਹੀਂ ਲੱਗਦਾ ਅਤੇ ਉਹਨਾਂ ਦੇ ਮਨ ਵਿੱਚ ਕਿਸੇ ਨਾਲ ਦੁਸ਼ਮਣੀ ਜਾਂ ਵੈਰ ਕਰਨ ਦੀ ਕੋਈ ਸੋਚਣੀ ਆਉਂਦੀ ਹੀ ਨਹੀਂ ਅਤੇ ਉਹਨਾਂ ਦੇ ਸਾਰੇ ਸੰਕਲਪ ਵਿਕਲਪ ਵੀ ਖਤਮ ਹੋ ਜਾਂਦੇ ਹਨ, ਜਿਸ ਨਾਲ ਗੁਰੂ ਸਾਹਿਬ ਉਹਨਾਂ ਦੇ ਸਾਰੇ ਰੋਗ ਖਤਮ ਕਰ ਦਿੰਦੇ ਆ। ਸਹਿਜ ਪਾਠ ਕਰਨ ਦੇ ਬਹੁਤ ਫਲ ਨੇ ਸੰਗਤ ਜੀ, ਜਿਵੇਂ ਕਿ ਕਈ ਪ੍ਰੇਮੀ ਆਪਣੀ ਦੇਹ ਰੋਗਤਾ ਲਈ ਸਹਿਜ ਪਾਠ ਕਰਦੇ ਹਨ। ਕਈ ਪ੍ਰੇਮੀ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨ ਲਈ ਜਦੋਂ ਵੀ ਉਹਨਾਂ ਨੂੰ ਕੋਈ ਸਫਲਤਾ ਪ੍ਰਾਪਤ ਹੁੰਦੀ ਹੈ ਜ਼ਿੰਦਗੀ ਵਿੱਚ, ਉਹਦੇ ਲਈ ਸਹਿਜ ਪਾਠ ਕਰਦੇ ਨੇ। ਅਤੇ ਕਈ ਗੁਰਸਿੱਖ ਕਈ ਵਾਰੀ ਦੇਖਿਆ ਗਿਆ ਕਿ ਕਈ ਮਾਤਾ ਪਿਤਾ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਸਹਿਜ ਪਾਠ ਕਰਦੇ ਹਨ। ਜਿਵੇਂ ਕਿ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਨੇ ਉਹਨਾਂ ਦੇ ਜਨਮ ਤੋਂ ਪਹਿਲਾਂ ਇੱਕ ਸਹਿਜ ਪਾਠ ਕੀਤੇ ਜੋ ਕਿ ਉਹਨਾਂ ਦੀ ਮਾਤਾ ਜੀ ਨੇ ਸੁਣੇ। ਇਸ ਨਾਲ ਉਹਨਾਂ ਦੀ ਮਾਤਾ ਜੀ ਅਤੇ ਸੰਤ ਬਾਬਾ ਸੁੰਦਰ ਸਿੰਘ ਜੀ 'ਤੇ ਬਹੁਤ ਡੂੰਘਾ ਅਸਰ ਹੋਇਆ, ਜਿਸ ਕਰਕੇ ਸੰਤ ਬਾਬਾ ਸੁੰਦਰ ਸਿੰਘ ਜੀ ਜਨਮ ਤੋਂ ਹੀ ਬ੍ਰਹਮ ਗਿਆਨੀ ਹੋਏ। ਦਮਦਮੀ ਟਕਸਾਲ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਸਮੇਂ ਵਿੱਚ ਉਹਨਾਂ ਦੇ ਵਿਦਿਆਰਥੀ ਬਹੁਤ ਜ਼ਿਆਦਾ ਸਹਿਜ ਪਾਠ ਕਰਦੇ ਸਨ, ਜਿਵੇਂ ਕਿ ਉਹ 2 ਸਹਿਜ ਪਾਠ ਹਮੇਸ਼ਾ ਆਰੰਭ ਕਰਕੇ ਰੱਖਦੇ ਸਨ ਤਾਂ ਜੋ ਇੱਕ ਸਹਿਜ ਪਾਠ ਦਾ ਭੋਗ ਪੈਣ ਤੋਂ ਬਾਅਦ ਉਹ ਦੂਜਾ ਨਾਲ ਦੀ ਨਾਲ ਹੀ ਸ਼ੁਰੂ ਕਰ ਲੈਣ, ਕਿਉਂਕਿ ਜਦੋਂ ਇੱਕ ਸਹਿਜ ਪਾਠ ਦਾ ਭੋਗ ਪਾਉਣਾ ਸੀ ਤਾਂ ਉਹਨਾਂ ਨੂੰ ਦੀਵਾਨ ਸਜਣ ਦੀ ਇੰਤਜ਼ਾਰ ਕਰਨੀ ਪੈਂਦੀ ਸੀ। ਇਸ ਲਈ ਉਹ ਚਾਹੁੰਦੇ ਸੀ ਕਿ ਕੋਈ ਵੀ ਦਿਨ ਉਹਨਾਂ ਦਾ ਸਹਿਜ ਪਾਠ ਤੋਂ ਬਿਨਾਂ ਨਾ ਲੰਘੇ। ਫਿਰ ਉਹ ਜਦੋਂ ਵੀ ਇੱਕ ਸਹਿਜ ਪਾਠ ਸੰਪੂਰਨ ਹੁੰਦਾ ਸੀ ਤਾਂ ਦੂਜਾ ਜਿਹੜਾ ਆਰੰਭ ਕੀਤਾ ਹੁੰਦਾ ਸੀ ਨਾਲ ਦੀ ਨਾਲ ਹੀ ਸ਼ੁਰੂ ਕਰ ਲੈਂਦੇ ਸੀਗੇ। ਉਹ ਬਹੁਤ ਸਹਿਜ ਪਾਠ ਆਲ ਦਾ ਟਾਈਮ ਹਮੇਸ਼ਾ ਕਰੀ ਜਾਂਦੇ ਸੀਗੇ, ਜਿਸ ਨਾਲ ਉਹਨਾਂ ਨੂੰ ਪੂਰਨ ਸੰਤੁਸ਼ਟੀ ਮਿਲਦੀ ਸੀ ਕਿ ਉਹ ਆਪਣਾ ਜੀਵਨ ਸਫਲਾ ਕਰ ਰਹੇ ਨੇ ਗੁਰੂ ਸਾਹਿਬ ਜੀ ਦਾ ਨਾਮ ਜਪ ਕੇ। ਇੱਕ ਮਾਤਾ ਜੀ ਹੋਏ ਨੇ, ਮਾਤਾ ਗੁਰਦੀਪ ਕੌਰ ਜੀ ਸਰਹਾਲੀ ਵਾਲੇ, ਉਹਨਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਹੁਕਮਾਂ ਨੂੰ ਮੰਨ ਕੇ 101 ਸਹਿਜ ਪਾਠ ਕੀਤੇ। ਹੁਣ ਆਪਾਂ ਥੋੜ੍ਹੇ ਜਿਹੇ ਹੋਰ ਰੂਲਾਂ ਦੀ ਗੱਲ ਕਰ ਲੈਂਦੇ ਹਾਂ ਜੋ ਕਿ ਸਹਿਜ ਪਾਠ ਕਰਨ ਦੇ ਸਮੇਂ ਆਪਾਂ ਨੂੰ ਫੋਲੋ ਕਰਨੇ ਚਾਹੀਦੇ ਨੇ। ਸਹਿਜ ਪਾਠ ਆਰੰਭ ਕਰਨ ਤੋਂ ਪਹਿਲਾਂ ਤੁਸੀਂ ਇੱਕ ਮਲਮਲ ਦਾ ਕੱਪੜਾ ਲੈ ਲਵੋ, ਜਿਸ ਨਾਲ ਗੁਰੂ ਸਾਹਿਬ ਜੀ ਦੇ ਸਰੂਪ ਦੇ ਜਿੰਨੇ ਵੀ ਅੰਗਾਂ 'ਤੇ ਤੁਸੀਂ ਕਰ ਸਕਦੇ ਹੋ ਉਹਨੂੰ ਪੋਲਾ ਪੋਲਾ ਫੇਰ ਲਵੋ। ਸਿਰਫ ਮਹਾਰਾਜ ਦੇ ਸਤਿਕਾਰ ਲਈ ਸਿਰਫ ਪੋਲਾ ਹੀ ਫੇਰਨਾ ਤਾਂ ਜੋ ਅੰਗਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਸੰਗਤ ਇਹਦੇ ਨਾਲ ਹੀ ਤੁਸੀਂ ਆਪਣੇ ਮੂੰਹ 'ਤੇ ਵੀ ਕੱਪੜਾ ਲੈ ਲੈਣਾ ਤਾਂ ਜੋ ਗੁਰੂ ਸਾਹਿਬ ਜੀ ਦੇ ਸਤਿਕਾਰ ਲਈ ਕਿ ਗੁਰੂ ਸਾਹਿਬ ਜੀ 'ਤੇ ਜਦੋਂ ਤੁਸੀਂ ਗੁਰਬਾਣੀ ਪੜ੍ਹੋ ਅੰਗਾਂ 'ਤੇ ਕੋਈ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਥੁੱਕ ਦਾ ਛਿੱਟਾ ਨਾ ਪਵੇ। ਜਿਵੇਂ ਕਿ ਭਗਤ ਜਸਵੰਤ ਸਿੰਘ ਜੀ ਆਪਣੀ ਪੋਥੀ ਵਿੱਚ ਲਿਖਦੇ ਆ ਕਿ ਜਦੋਂ ਅਸੀਂ ਨੋਰਮਲ ਵੀ ਕਿਸੇ ਨਾਲ ਗੱਲ ਕਰਨੀ ਹੈ ਆਪਣਾ ਮੂੰਹ ਢੱਕਣਾ ਚਾਹੀਦਾ ਤਾਂ ਜੋ ਦੂਜਿਆਂ 'ਤੇ ਸਾਡੇ ਕੀਟਾਣੂ ਨਾ ਪੈ ਸਕਣ। ਇਸੇ ਤਰ੍ਹਾਂ ਜਦੋਂ ਤੁਸੀਂ ਗੁਰੂ ਸਾਹਿਬ ਜੀ ਦੇ ਅਗਲੇ ਅੰਗ 'ਤੇ ਜਾਣਾ ਤਾਂ ਸਿਖਰ ਦੇ ਵਿੱਚੋਂ ਸੱਜੇ ਕੋਨੇ ਤੋਂ ਫੜ ਕੇ ਅੰਗ ਨੂੰ ਅੱਗੇ ਕਰਨਾ ਅਤੇ ਜੇ ਤੁਸੀਂ ਪਿਛਲੇ ਅੰਗ 'ਤੇ ਜਾਣਾ ਤਾਂ ਸਿਖਰ ਤੋਂ ਫੜ ਕੇ ਖੱਬੇ ਕੋਨੇ ਤੋਂ ਦੂਜੇ ਅੰਗ 'ਤੇ ਜਾਣਾ ਹੈ। ਜੇ ਆਪਾਂ ਵਿਚਕਾਰ ਤੋਂ ਅੰਗ ਫੜ ਕੇ ਬਦਲਣ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਅੰਗ ਪਾੜ ਸਕਦੇ ਹਾਂ। ਸਰੂਪ ਤੋਂ ਗੁਰਬਾਣੀ ਪੜ੍ਹਦੇ ਸਮੇਂ ਇਹ ਵੀ ਧਿਆਨ ਰੱਖਣਾ ਕਿ ਜੇ ਤੁਸੀਂ ਪੱਖਾ ਵਰਤ ਰਹੇ ਹੋ ਤਾਂ ਉਸ ਦਾ ਮੂੰਹ ਦੂਜੇ ਪਾਸੇ ਨੂੰ ਹੋਵੇ ਤਾਂ ਜੋ ਗੁਰੂ ਸਾਹਿਬ ਜੀ ਦੇ ਅੰਗ ਇੱਕਦਮ ਇੱਧਰ ਉੱਧਰ ਨਾ ਚਲੇ ਜਾਣ, ਜਿਹਦੇ ਨਾਲ ਸਤਿਕਾਰ ਨਹੀਂ ਰਹਿਣਾ ਗੁਰਬਾਣੀ ਦਾ। ਫਿਰ ਇੱਕ ਹੋਰ ਖਾਸ ਬੇਨਤੀ ਹੈ ਕਿ ਜਦੋਂ ਤੁਸੀਂ ਗੁਰਬਾਣੀ ਪੜ੍ਹ ਰਹੇ ਹੋ ਸਰੂਪ ਦੇ ਤੋਂ ਤਾਂ ਤੁਸੀਂ ਧਿਆਨ ਰੱਖਣਾ ਕਿ ਆਪਣੇ ਹੱਥ ਸਰੂਪ 'ਤੇ ਨਾ ਰੱਖਿਓ, ਕਿਉਂਕਿ ਜਿਹੜਾ ਆਪਣੇ ਹੱਥਾਂ ਦੇ ਵਿੱਚ ਤੇਲ ਹੋਊਗਾ ਉਹ ਸਰੂਪ 'ਤੇ ਲੱਗੇਗਾ ਅਤੇ ਫਿਰ ਅੰਗਾਂ ਦਾ ਨੁਕਸਾਨ ਹੋਵੇਗਾ ਅਤੇ ਫਿਰ ਇਸ ਨਾਲ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਰਹਿੰਦਾ। ਇਹ ਜ਼ਰੂਰੀ ਹੈ ਕਿ ਅਸੀਂ ਧਿਆਨ ਰੱਖੀਏ ਕਿ ਗੁਰਬਾਣੀ ਸ਼ੁੱਧ ਪੜ੍ਹੀਏ। ਇਹ ਤਾਂ ਗੁਰੂ ਸਾਹਿਬ ਜੀ ਦਾ ਤਰਸ ਹੈ ਕਿ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਹੈ ਗੁਰਬਾਣੀ ਪੜ੍ਹਨੇ ਦਾ, ਪਰ ਜੇ ਅਸੀਂ ਗੁਰੂ ਸਾਹਿਬ ਦੀਆਂ ਪੂਰਨ ਖੁਸ਼ੀਆਂ ਲੈਣੀਆਂ ਚਾਹੁੰਦੇ ਹਾਂ ਤਾਂ ਸਾਨੂੰ ਧਿਆਨ ਨਾਲ ਸ਼ੁੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਜਿਵੇਂ ਕਿ ਜਦੋਂ ਅਸੀਂ ਕੋਈ ਵੀ ਫਸਲ ਬੀਜਣ ਲੱਗਦੇ ਹਾਂ ਤਾਂ ਅਸੀਂ ਵਧੀਆ ਤੋਂ ਵਧੀਆ ਅਤੇ ਵੱਧ ਤੋਂ ਵੱਧ ਬੀਜ ਲਿਆ ਕੇ ਬੀਜਦੇ ਹਾਂ ਤਾਂ ਜੋ ਸਾਨੂੰ ਵੱਧ ਤੋਂ ਵੱਧ ਅਤੇ ਵਧੀਆ ਤੋਂ ਵਧੀਆ ਫਲ ਮਿਲ ਸਕੇ। ਇਸ ਤਰ੍ਹਾਂ ਹੀ ਜੇ ਅਸੀਂ ਗੁਰਬਾਣੀ ਗੁਰੂ ਜੀ ਦੀਆਂ ਪੂਰਨ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੁੰਦੇ ਹਾਂ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਸ਼ੁੱਧ ਪੜ੍ਹੀਏ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਸ਼ੁੱਧ ਪੜ੍ਹਨ ਦਾ ਮਤਲਬ ਹੈ ਕਿ ਆਪਾਂ ਗੁਰਬਾਣੀ ਦੀਆਂ ਪੂਰਨ ਲਗਾ ਮਾਤਰਾ ਲਗਾ ਕੇ ਗੁਰਬਾਣੀ ਪੜ੍ਹੀਏ। ਜੇ ਆਪਾਂ ਕੋਈ ਵੀ ਲਗਾ ਮਾਤਰ ਛੱਡਦੇ ਹਾਂ ਤਾਂ ਆਪਾਂ ਗੁਰੂ ਸਾਹਿਬ ਜੀ ਦਾ ਸਤਿਕਾਰ ਨਹੀਂ ਕਰ ਰਹੇ, ਕਿਉਂਕਿ ਗੁਰੂ ਸਾਹਿਬ ਕਹਿੰਦੇ ਆ ਕਿ ਗੁਰਬਾਣੀ ਅਤੇ ਗੁਰੂ ਸਾਹਿਬ ਜੀ ਕੋਈ ਫਰਕ ਨਹੀਂ। ਜਿਵੇਂ ਮਹਾਰਾਜ ਜੀ ਨੇ ਫਰਮਾਇਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵੇਚੇ ਬਾਣੀ ਅੰਮ੍ਰਿਤ ਤੋਂ ਸਾਰੇ। ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ
ਗੁਰਬਾਣੀ ਵੱਧ ਤੋਂ ਵੱਧ ਸ਼ੁੱਧ ਪੜ੍ਹਨੀ ਚਾਹੀਦੀ ਹੈ। ਜਿਵੇਂ ਕਿ ਗੁਰੂ ਸਾਹਿਬ ਜੀ ਇਹ ਵੀ ਫਰਮਾਉਂਦੇ ਆ ਕਿ ਪੂਰੇ ਕਾ ਕੀਆ ਸਭ ਕਿਛੁ ਪੂਰਾ, ਘਾਟੇ ਵਾਧੇ ਕਿਛੁ ਨਾਹੀ, ਕਿ ਜੋ ਵੀ ਪੂਰਨ ਗੁਰੂ ਸਾਹਿਬ ਜੀ ਨੇ ਕੀਤਾ ਹੈ, ਜਿਵੇਂ ਕਿ ਗੁਰਬਾਣੀ ਉਚਾਰੀ ਹੈ ਤੇ ਲਿਖੀ ਹੈ, ਇਹ ਪੂਰਨ ਤੌਰ ਤੇ ਪੂਰੀ ਹੈ, ਇਸ ਵਿੱਚ ਕੋਈ ਵਾਧ ਨਹੀਂ, ਕੋਈ ਘਾਟ ਨਹੀਂ। ਜੇ ਅਸੀਂ ਕੋਈ ਵੀ ਲਗਾ ਮਾਤਰਾ ਛੱਡਦੇ ਹਾਂ ਜਾਂ ਕੋਈ ਵਾਧੂ ਲਗਾਉਂਦੇ ਹਾਂ ਤਾਂ ਅਸੀਂ ਮਹਾਰਾਜ ਦਾ ਸਤਿਕਾਰ ਨਹੀਂ ਕਰ ਰਹੇ। ਜੇ ਸਾਨੂੰ ਪੂਰਨ ਤੌਰ ਤੇ ਲਗਾ ਮਾਤਰਾ ਨਹੀਂ ਲਗਾਉਣੀਆਂ ਆਉਂਦੀਆਂ ਤਾਂ ਅਸੀਂ ਗੁਰਸੇਵਕ ਸੇਵਾਦਾਰਾਂ ਤੋਂ ਸਾਂਥੀਆ ਲੈ ਸਕਦੇ ਹਾਂ, ਜਿਹਦੇ ਨਾਲ ਅਸੀਂ ਗੁਰਬਾਣੀ ਸ਼ੁੱਧ ਪੜ੍ਹਨੀ ਸਿੱਖ ਲਵਾਂਗੇ। ਜਾਂ ਫਿਰ ਭਗਤ ਜਸਵੰਤ ਸਿੰਘ ਜੀ ਨੇ ਜਿਵੇਂ ਸਹਿਜ ਪਾਠ ਰਿਕਾਰਡ ਕੀਤੇ ਨੇ, ਜੋ ਬਹੁਤ ਘੱਟ ਸਪੀਡ ਤੇ ਰਿਕਾਰਡ ਕੀਤੇ ਆ, ਜਿਨ੍ਹਾਂ ਦੇ ਵਿੱਚ ਤੁਸੀਂ ਪਿੱਛੇ ਬੋਲ ਕੇ ਸਾਂਥਿਆ ਲੈ ਸਕਦੇ ਹਾਂ, ਘਰੋਂ ਹੀ ਸਾਂਥਿਆ ਲੈ ਸਕਦੇ ਹਾਂ ਟੇਪ ਤੋਂ। ਸਹਿਜ ਪਾਠ ਆਰੰਭ ਕਰਨ ਸਮੇਂ ਜੇ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਸਰੂਪ ਨਹੀਂ ਹੈਗੇ ਉਸ ਟਾਈਮ, ਤਾਂ ਤੁਸੀਂ ਦੋਵੇਂ ਸੈਂਚੀਆਂ ਨੂੰ ਰੇਲ ਤੇ ਰੱਖ ਕੇ ਵੀ ਆਰੰਭ ਕਰ ਸਕਦੇ ਹਾਂ। ਪਰ ਜਦੋਂ ਤੁਸੀਂ ਦੋਵੇਂ ਸੈਂਚੀਆਂ ਰੱਖਣਾ ਤਾਂ ਪੂਰਨ ਸਤਿਕਾਰ ਦੇ ਲਈ ਮਹਾਰਾਜ ਸਾਹਿਬ ਜੀ ਦੇ ਤੇ ਚੰਦੂਆ ਸਾਹਿਬ ਵੀ ਲਗਾਉਣਾ ਪੈਣਾ, ਤੇ ਹੋਰ ਵੀ ਜਿਹੜੀਆਂ ਸੇਵਾਵਾਂ ਆਪਾਂ ਸਰੂਪ ਦੀਆਂ ਪੂਰਨ ਤੌਰ ਤੇ ਕਰਦੇ ਹਾਂ ਉਵੇਂ ਹੀ ਕਰਨੀਆਂ ਪੈਣੀਆਂ। ਜਦੋਂ ਤੁਸੀਂ ਆਰੰਭ ਕਰਨੇ ਆ ਸਹਿਜ ਪਾਠ, ਫਿਰ ਤੁਸੀਂ ਪਹਿਲੀ ਸੈਂਚੀ ਤੋਂ ਹੁਕਮਨਾਮਾ ਸਾਹਿਬ ਲੈਣਾ ਹੈ। ਜਦੋਂ ਸੰਪੂਰਨ ਕਰਨੇ ਨੇ, ਜੇ ਫਿਰ ਵੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹੈਗੇ, ਜਦੋਂ ਸਰੂਪ ਪੂਰਾ ਨਹੀਂ ਹੈਗਾ ਤੁਹਾਡੇ ਕੋਲ, ਫਿਰ ਦੂਜੀ ਸੈਂਚੀ ਤੋਂ ਹੁਕਮਨਾਮਾ ਸਾਹਿਬ ਲੈਣਾ ਹੈ। ਜਦੋਂ ਵੀ ਆਪਾਂ ਸੈਂਚੀ ਤੋਂ ਪਾਠ ਕਰਨਾ ਤਾਂ ਆਪਾਂ ਧਿਆਨ 'ਚ ਰੱਖੀਏ ਕਿ 5 ਇਸ਼ਨਾਨ ਆਪਾਂ ਜ਼ਰੂਰੀ ਕਰੀਏ ਸਹਿਜ ਪਾਠ ਕਰਨ ਤੋਂ ਪਹਿਲਾਂ। ਸਹਿਜ ਪਾਠ ਦੀ ਆਰੰਭਤਾ ਅਤੇ ਸੰਪੂਰਨਤਾ ਤੇ ਦੇਗ ਹੋਣੀ ਜ਼ਰੂਰੀ ਹੈ। ਤੇ ਜਦੋਂ ਵੀ ਹਰੇਕ ਵਾਰੀ ਸੇਵਾਦਾਰ ਜਿਹੜੇ ਪਾਠ ਕਰਦੇ ਆ ਉਹ ਜਦੋਂ ਰੌਲ ਲਗਾ ਕੇ ਹਟਣ ਤਾਂ ਗੁਰੂ ਸਾਹਿਬ ਜੀ ਤੋਂ ਅਰਦਾਸ ਵਿੱਚ ਇਹ ਬੇਨਤੀ ਕਰਨ ਕਿ ਜੇ ਵੀ ਕੋਈ ਵੀ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਦੇਣੀ ਅਤੇ ਅੱਗੇ ਤੋਂ ਸ਼ੁੱਧ ਉਚਾਰਨ ਦੀ ਦਾਤ ਦੇਣੀ। ਜਦੋਂ ਵੀ ਦੇਗ ਬਣ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਜਾਵੇ ਤਾਂ ਆਪਾਂ ਨੇ ਜਿਹੜੀਆਂ ਬਾਣੀਆਂ ਪੜ੍ਹਨੀਆਂ ਉਹਨਾਂ ਦੀ ਆਪਾਂ ਅੱਗੇ ਗੱਲ ਕਰਦੇ ਹਾਂ। ਆਨੰਦੋ ਸਾਹਿਬ ਦੀਆਂ 40 ਪੌੜੀਆਂ ਪੜ੍ਹਨੀਆਂ ਹਨ। ਮੂਲ ਮੰਤਰ ਪੂਰਨ ਨਾਨਕ ਹੋਸੀ ਭੀ ਸਾਚੋ ਤੱਕ ਪੜ੍ਹਨੇ ਹਨ। ਜਾਪ ਸਾਹਿਬ ਦਾ ਪਹਿਲਾ ਸ਼ਬਦ ਤੇ ਮੁੰਦਾਵਣੀ ਮਹੱਲਾ 5ਵਾਂ, ਸ਼ਲੋਕ ਮਹੱਲਾ 5ਵਾਂ, ਤੇਰਾ ਕੀਤਾ ਜਾਤੋ ਨਾਹੀ, ਚਾਚਰੀ ਸ਼ੰਤੋ ਪ੍ਰਸਾਦੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕਰੀਆਂ ਨਿਰਨਾਮੇ ਅਕਾਮੇ ਤੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਤੇ ਮਹਾਤੋ। ਇਹ ਬਾਣੀਆਂ ਪੜ੍ਹਨੀਆਂ ਆਪਾਂ ਜਦੋਂ ਦੇਗ ਬਣ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਆ ਜਾਵੇ। ਭੋਗ ਲਗਾਉਣ ਤੋਂ ਪਹਿਲਾਂ ਅਸੀਂ ਧਿਆਨ ਰੱਖੀਏ ਕਿ ਦੇਗ ਬਹੁਤੀ ਗਰਮ ਨਾ ਹੋਵੇ ਤੇ ਅਸੀਂ ਆਪਣੇ ਹੱਥ ਭੋਗ ਲਗਾਉਣ ਤੋਂ ਪਹਿਲਾਂ ਦੇਗ ਨੂੰ ਨਾ ਲਗਾਈਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਭੋਗ ਲਗਾਉਣ। ਸਹਿਜ ਪਾਠ ਕਰਨ ਸਮੇਂ ਆਪਾਂ ਗੁਰਬਾਣੀ ਉੱਚੀ ਧੁਨ ਵਿੱਚ ਗਾਈਏ ਤਾਂ ਜੋ ਦੂਜੇ ਵੀ ਗੁਰਬਾਣੀ ਦਾ ਲਾਹਾ ਲੈ ਸਕਣ। ਭਾਵੇਂ ਸਾਨੂੰ ਇਹ ਲੱਗਦਾ ਕਿ ਕੋਈ ਬੈਠਾ ਗੁਰਬਾਣੀ ਨਹੀਂ ਸੁਣਦਾ, ਪਰ ਛੋਟੇ ਤੋਂ ਛੋਟੇ ਕੀੜੇ ਮਕੌੜੇ ਜਿਹੜੇ ਛੋਟੇ ਜੀਵ ਫਿਰਦੇ ਨੇ, ਜਿਹੜੇ ਆਪਾਂ ਨੂੰ ਦਿਖਦੇ ਨੇ, ਉਹ ਵੀ ਗੁਰਬਾਣੀ ਦਾ ਲਾਹਾ ਲੈ ਕੇ ਪਵਿੱਤਰ ਹੋ ਜਾਂਦੇ ਆ ਤੇ ਆਪਣਾ ਆਲਾ ਦੁਆਲਾ ਵੀ ਸਾਰਾ ਪਵਿੱਤਰ ਹੋ ਜਾਂਦਾ ਗੁਰਬਾਣੀ ਨਾਲ। ਹੁਣ ਆਪਾਂ ਸਹਿਜ ਪਾਠ ਦੀ ਮਰਿਆਦਾ ਨੂੰ ਤਕਰੀਬ ਵਿੱਚ ਥੋੜੇ ਸੰਖੇਪ ਨਾਲ ਦੇਖਦੇ ਹਾਂ, ਜਿਹੜੇ ਆਪਾਂ ਰੂਲ ਫੋਲੋ ਕਰਨੇ ਹੁੰਦੇ ਆ। ਸਭ ਤੋਂ ਪਹਿਲਾਂ ਤੁਸੀਂ ਆਰੰਭ ਦੀ ਅਰਦਾਸ ਕਰਨੀ ਹੈ, ਜਿਸ ਵਿੱਚ ਆਪ ਜੀ ਨੇ ਕਹਿਣਾ ਕਿ ਇਹ ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਸਦਕਾ ਆਪ ਜੀ ਦੇ ਸੇਵਕ, ਇਸ ਤੇ ਤੁਸੀਂ ਆਪਣਾ ਨਾਮ ਕਹਿਣਾ ਹੈ। ਇੱਕ ਸਹਿਜ ਪਾਠ ਆਰੰਭ ਕਰਨ ਲੱਗੇ ਹਾਂ। ਆਪ ਜੀ ਕਿਰਪਾ ਕਰਕੇ ਸ਼ੁੱਧ ਗੁਰਬਾਣੀ ਪੜ੍ਹਨੇ ਦੀ ਤੇ ਮਨ ਦੀ ਇਕਾਗਰਤਾ ਦੀ ਦਾਤ ਦੇਣੀ। ਸੋ ਇਸ ਆਰੰਭਤਾ ਦੀ ਅਰਦਾਸ ਤੋਂ ਬਾਅਦ ਤੁਸੀਂ ਹੁਕਮਨਾਮਾ ਸਾਹਿਬ ਲੈ ਕੇ ਫਿਰ ਸਹਿਜ ਪਾਠ ਆਰੰਭ ਕਰ ਦੇਣੇ। ਫਿਰ ਤੁਸੀਂ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹ ਲੈਣੀਆਂ। 5 ਪੌੜੀਆਂ ਪੜ੍ਹਨ ਤੋਂ ਬਾਅਦ ਤੁਸੀਂ ਦੇਗ ਵਰਤਾਉਣੀ ਹੈ। ਜਦੋਂ ਮਹਾਰਾਜ ਦੀ ਗੁਰਬਾਣੀ 705 ਅੰਗ ਤੇ ਪਹੁੰਚ ਜਾਵੇ ਫਿਰ ਆਪਾਂ ਮੱਧ ਦੀ ਅਰਦਾਸ ਕਰਨੀ ਹੁੰਦੀ ਹੈ। ਮੱਧ ਦੀ ਅਰਦਾਸ ਦੇ ਲਈ ਦੇਗ ਬਣਾਉਣੀ ਜ਼ਰੂਰੀ ਨਹੀਂ, ਪਰ ਜੇ ਬਣ ਗਈ ਤਾਂ ਕੋਈ ਗੱਲ ਨਹੀਂ। ਜੇ ਨਹੀਂ ਵੀ ਬਣੀ ਤਾਂ ਵੀ ਤੁਸੀਂ ਮੱਧ ਦੀ ਅਰਦਾਸ ਬਿਨਾਂ ਦੇਗ ਤੋਂ ਕਰ ਸਕਦੇ ਹੋ। ਮੱਧ ਦੀ ਅਰਦਾਸ ਵਿੱਚ ਕਹਿਣਾ ਕਿ ਹੇ ਸੱਚੇ ਪਾਤਸ਼ਾਹ ਜੀ, ਜਿਵੇਂ ਕਿ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰਬਾਣੀ ਮੱਧ ਤੱਕ ਪਹੁੰਚੀ ਹੈ, ਇਸੇ ਤਰ੍ਹਾਂ ਆਪ ਜੀ ਸੰਪੂਰਨਤਾ ਤੱਕ ਆਪਣੀ ਕਿਰਪਾ ਨਾਲ ਲੈ ਕੇ ਜਾਓ ਅਤੇ ਦਸ ਨੂੰ ਸ਼ੁੱਧ ਗੁਰਬਾਣੀ ਪੜ੍ਹਨ ਦਾ ਬਲ ਦਿਓ। ਜਦੋਂ ਪਾਠ ਸ਼ਲੋਕ ਮਹਲਾ ਨਾਵਾਂ ਦੇ ਪਹੁੰਚ ਗਈਆਂ ਤਾਂ ਉਹ ਤੋਂ ਪਹਿਲਾਂ ਦੇਗ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਜਾਵੇ, ਕਿਉਂਕਿ ਹੁਣ ਪਾਠ ਸੰਪੂਰਨਤਾ ਤੇ ਪਹੁੰਚਣ ਦੇ ਵਾਲੇ ਨੇ। ਰਾਗਮਾਲਾ ਪੜ੍ਹਨ ਤੋਂ ਬਾਅਦ ਆਪ ਜੀ ਨੇ ਜਾਪੋ ਜੀ ਸਾਹਿਬ ਦੀਆਂ 5 ਪੌੜੀਆਂ ਅਤੇ ਸ਼ਲੋਕ ਪੜ੍ਹਨਾ। ਫਿਰ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹਨੀਆਂ। ਇਹ ਬਾਣੀਆਂ ਪੜ੍ਹਨ ਤੋਂ ਬਾਅਦ ਸੰਪੂਰਨਤਾ ਦੀ ਅਰਦਾਸ ਕਰਨੀ ਹੈ। ਜਦ ਕਿ ਜਦੋਂ ਆਪਾਂ ਅਖੰਡ ਪਾਠ ਸਾਹਿਬ ਕਰਦੇ ਹਾਂ ਉਹਦੇ ਵਿੱਚ ਸੰਪੂਰਨ ਜਾਪੋ ਜੀ ਸਾਹਿਬ ਦੀ ਬਾਣੀ ਪੜ੍ਹ ਕੇ ਅਤੇ ਸੰਪੂਰਨ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ
ਅਰਦਾਸ ਕੀਤੀ ਜਾਂਦੀ ਹੈ ਤੇ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਫਤਿਹ ਬੁਲਾਈ ਜਾਂਦੀ ਹੈ। ਅਰਦਾਸ ਤੋਂ ਬਾਅਦ ਨਹੀਂ ਫਤਿਹ ਬੁਲਾਉਣੀ। ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਲੈਣਾ ਜੀ ਤੇ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਸੇਵਾਦਾਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਜੀ ਨੂੰ ਇੱਕ ਸੁੰਦਰ ਰੁਮਾਲਾ ਸਾਹਿਬ ਅਤੇ ਮਾਇਆ ਦੀ ਭੇਟਾ ਦੇਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਹਿਜ ਪਾਠ ਕਰਨ ਦਾ ਬਹੁਤ ਫਲ ਹੈ। ਇਸ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਵਾਰੀ ਸਹਿਜ ਪਾਠ ਜ਼ਰੂਰੀ ਕਰਨਾ ਚਾਹੀਦਾ ਹੈ ਤਾਂ ਜੋ ਆਪਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸੋ ਸੰਗਤ ਜੀ, ਦਾਸ ਦਾਸੀ ਵੱਲੋਂ ਇਸ ਵੀਡੀਓ ਵਿੱਚ ਬਹੁਤ ਗਲਤੀਆਂ ਹੋਈਆਂ ਨੇ, ਭੁੱਲਾਂ ਚੁੱਕਾਂ ਮਾਫ ਕਰਨੀਆਂ। ਸਦਾ ਸਦਾ ਹੀ ਭੁੱਲਣ ਹਾਰੋ, ਨਾਨਕ ਰੱਖਣ ਹਾਰੋ ਅਪਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।